ਪੰਜਾਬ ਭਰ ਦੇ ਅੰਦਰ ਬਿਮਾਰੀਆਂ ਅਤੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ। ਕੁਝ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਦੇ ਇਲਾਜ ਦੌਰਾਨ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ। ਬਿਮਾਰੀਆਂ ਦੇ ਇਲਾਜ ਅਧੀਨ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਲਗਾਤਾਰ ਲੁੱਟ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਕੈਂਸਰ ਦੀ ਬਿਮਾਰੀ ਅਤੇ ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਅੱਗ ਦੀ ਵਾਂਗ ਫੈਲ ਰਹੀਆਂ ਹਨ। ਅੱਜ ਸਾਡੀ ਟੀਮ ਵੱਲੋਂ ਪੰਜਾਬ ਸਰਕਾਰ ਦੇ ਇਕਲੌਤੀ ਜਾਂਚ ਕੇਂਦਰ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅੰਦਰ ਨਿਊਕਲੋ ਮੈਡੀਸਨ ਵਿਭਾਗ ਦੇ ਡਾਕਟਰ ਰਿਪੂ ਦਮਨ ਬਰਾੜ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਹਨਾਂ ਦੱਸਿਆ ਕਿ ਮਰੀਜ਼ਾਂ ਦੀ ਬਿਮਾਰੀ ਦੀ ਜਾਂਚ ਸੰਬੰਧੀ ਸਾਡੇ ਵੱਲੋਂ ਸਕੈਨ ਕੀਤੇ ਜਾ ਰਹੇ ਹਨ, ਜੋ ਕਿ 25 ਤੋਂ 30 ਬਿਮਾਰੀਆਂ ਨਾਲ ਸੰਬੰਧਿਤ ਹਨ। ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਜੋ ਇਲਾਜ ਅਧੀਨ ਮਰੀਜ਼ ਹਨ, ਉਹਨਾਂ ਮਰੀਜ਼ਾਂ ਦੀ ਬਿਮਾਰੀ ਸੰਬੰਧੀ ਸਕੈਨ ਟੈਸਟ ਕਰਕੇ ਜਾਂਚ ਕੀਤੀ ਜਾਂਦੀ ਹੈ, ਜੋ ਕਿ ਨਿੱਜੀ ਸੈਂਟਰਾਂ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਹੈ। ਆਓ ਜਾਣਦੇ ਹਾਂ ਡਾਕਟਰ ਰਿਪੂ ਦਮਨ ਬਰਾੜ ਜੀ ਕੋਲੋਂ ਕਿਹੜੀਆਂ ਬਿਮਾਰੀਆਂ ਦੀ ਕਿਸ ਤਰ੍ਹਾਂ ਜਾਂਚ ਕੀਤੀ ਜਾਂਦੀ ਹਨ ਅਤੇ ਕਿਹੜੀਆਂ ਬਿਮਾਰੀਆਂ ਹਨ। ਨਿਊਕਲੀਅਰ ਮੈਡੀਸਨ ਡਿਪਾਰਟਮੈਂਟ ਇੱਕ ਬਹੁਤ ਤਰ੍ਹਾਂ ਦੇ ਟੈਸਟ ਜਿਹਦੇ ਵਿੱਚ ਕੀਤੇ ਜਾਂਦੇ ਹਨ, ਜਿਹਦੇ ਵਿੱਚ ਸਰੀਰ ਦੇ ਹਰੇਕ ਭਾਗ ਦੇ ਤਕਰੀਬਨ ਹਰ ਪਾਰਟ ਆਫ ਦਾ ਬਾਡੀ ਦੇ ਟੈਸਟ ਕੀਤੇ ਜਾਂਦੇ ਹਨ। ਆਲਮੋਸਟ 25 ਤੋਂ 30 ਤਰ੍ਹਾਂ ਦੇ ਟੈਸਟ ਇਸ ਡਿਪਾਰਟਮੈਂਟ ਦੇ ਵਿੱਚ ਕੀਤੇ ਜਾਂਦੇ ਹਨ। ਸਾਡੇ ਕੋਲ ਦੋ ਮਸ਼ੀਨਾਂ ਨੇ, ਇੱਕ ਪੈਟ ਸੀਟੀ, ਇੱਕ ਸਪੈਕਟ ਸੀਟੀ। ਪੈਟ ਸੀਟੀ ਨਾਰਮਲੀ ਕੈਂਸਰ ਦੇ ਟੈਸਟਾਂ ਲਈ ਵਿਸ਼ੇਸ਼ ਰੂਪ ਵਿੱਚ ਵਰਤਿਆ ਜਾਂਦਾ ਹੈ। ਸਪੈਕਟ ਸੀਟੀ ਜਿਹੜੀ ਹੈ ਉਹਦੇ ਵਿੱਚ ਤੁਸੀਂ ਨਾਰਮਲ ਨਾਨ ਕੈਂਸਰਸ ਟੈਸਟ ਕੀਤੇ ਜਾਂਦੇ ਹਨ। ਜੇ ਆਪਾਂ ਸਪੈਕਟ ਸੀਟੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਾਡੀ ਦੇ ਦਿਮਾਗ, ਥਾਇਰਾਇਡ, ਸੈਲਿਵਰੀ ਗਲੈਂਡ, ਦੈਨ ਤੁਹਾਡਾ ਲੰਗਸ ਦਾ, ਹਾਰਟ ਦਾ, ਕਿਡਨੀ ਦਾ, ਗੋਲ ਬਲੈਡਰ ਦਾ, ਲਿਵਰ ਦਾ, ਆਂਤੜੀਆਂ ਦਾ ਅਤੇ ਹਰ ਪ੍ਰਕਾਰ ਦੇ ਟੈਸਟ ਕੀਤੇ ਜਾਂਦੇ ਹਨ, ਜੋ ਕਿ ਫਰੀਦਕੋਟ ਦੇ ਵਿੱਚ ਹੁਣ ਇਸ ਟਾਈਮ ਅਵੇਲੇਬਲ ਨੇ, ਪਿਛਲੇ 10 ਸਾਲਾਂ ਤੋਂ ਰਾਦਰ ਅਵੇਲੇਬਲ ਨੇ। ਪੈਟ ਸੀਟੀ ਨਾਰਮਲੀ ਅਸੀਂ ਜੇ ਕਰਦੇ ਹਾਂ ਤਾਂ ਕੈਂਸਰਸ ਪੇਸ਼ੈਂਟ ਦੇ ਮੋਸਟ ਜ਼ਿਆਦਾ ਹੁੰਦੇ ਨੇ। ਅਦਰਵਾਈਜ਼ ਅਸੀਂ ਹਾਰਟ ਦੇ ਪੇਸ਼ੈਂਟਸ ਦਾ ਵੀ ਕਰਦੇ ਹਾਂ, ਬ੍ਰੇਨ ਦੇ ਪੇਸ਼ੈਂਟਸ ਦਾ ਵੀ ਕਰਦੇ ਹਾਂ, ਜੋ ਕਿ ਬਹੁਤ ਇੱਕ ਐਗਜ਼ੌਸਟਿਵ ਲਿਸਟ ਹੈ, ਜਿਹੜੀ ਡਿਟੇਲ ਦੇ ਵਿੱਚ ਤੁਹਾਨੂੰ ਲੇਟਰ ਔਨ ਐਜ਼ ਯੂ ਆਸਕ ਵੀਲ ਗੋ ਅਬਾਊਟ ਇਟ। ਤੁਸੀਂ ਆਪਣੇ ਜਿਹੜੇ ਹੈਗੇ ਆ ਵਿਭਾਗ ਦੇ ਵਿੱਚ ਕਿਸ ਤਰ੍ਹਾਂ ਪੇਸ਼ੈਂਟ ਪਹੁੰਚ ਰਹੇ ਆ? ਸਾਡੇ ਨਾਰਮਲੀ ਪੇਸ਼ੈਂਟਸ ਜਾਂ ਤਾਂ ਵਰਡ ਆਫ ਮਾਊਥ ਨਾਲ ਆਉਂਦੇ ਨੇ,
ਜਾਂ ਜਿਹੜੇ ਸਾਡੇ ਹੋਰ ਸਰਕਾਰੀ ਹਸਪਤਾਲ ਨੇ ਜਿੱਦਾਂ ਅੰਮ੍ਰਿਤਸਰ, ਫਰੀਦਕੋਟ ਮੈਡੀਕਲ ਕਾਲਜ ਦੇ ਨਾਲ ਅੰਮ੍ਰਿਤਸਰ ਮੈਡੀਕਲ ਕਾਲਜ, ਰਜਿੰਦਰਾ ਐਂਡ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅੰਮ੍ਰਿਤਸਰ। ਦੈਨ ਅਸੀਂ ਟਾਟਾ ਹਸਪੀਟਲ ਸੰਗਰੂਰ ਨੂੰ ਕੇਟਰ ਕਰਦੇ ਹਾਂ, ਆਦੇਸ਼ ਹਸਪੀਟਲ ਬਠਿੰਡਾ ਨੂੰ ਕੇਟਰ ਕਰਦੇ ਹਾਂ, ACI ਬਠਿੰਡਾ ਐਂਡ ਲੋਟ ਆਫ ਪ੍ਰਾਈਵੇਟ ਸੈਂਟਰਸ ਦੇ ਜਿਹੜੇ ਹਸਪੀਟਲਸ ਨੇ ਉਹਨਾਂ ਦੇ ਪੇਸ਼ੈਂਟ ਸਾਡੇ ਕੋਲ ਵਰਡ ਆਫ ਮਾਊਥ ਨਾਲ ਆਉਂਦੇ ਨੇ। ਸਰ ਕਿੰਨੀ ਕੁ ਰੂਟੀਨ ਦੇ ਵਿੱਚ ਆਪਣੇ ਟੈਸਟ ਹੋ ਰਹੇ ਜੀ ਇਹ? ਜੇ ਤੁਸੀਂ ਕੁਆਂਟੀਟੀ ਦੀ ਗੱਲ ਕਰਦੇ ਆ ਤਾਂ ਨਿਊਕਲੀਅਰ ਮੈਡੀਸਨ ਦੀ ਇੱਕ ਲਿਮਿਟਿਡ ਕੁਆਂਟੀਟੀ ਹੁੰਦੀ ਹੈ, ਤੁਸੀਂ ਇਹਨਾਂ ਨੂੰ ਨੂਮੈਰਿਕਲੀ ਨਹੀਂ ਦੱਸ ਸਕਦੇ, ਪਰ ਹਾਂ ਜਿੱਦਾਂ ਅਸੀਂ ਪੈਟ ਸੀਟੀ ਦੀ ਗੱਲ ਕਰੀਏ ਤਾਂ ਮਹੀਨੇ ਦੇ ਸਾਡੇ ਕੋਲ 150 ਤੋਂ 200 ਹੋ ਜਾਂਦੇ ਨੇ ਪਰ ਮੰਥ। ਐਂਡ ਜੇ ਅਸੀਂ ਸਪੈਕਟ ਸੀਟੀ ਦੀ ਗੱਲ ਕਰੀਏ ਉਹ ਵੀ ਇਸ ਮਾਤਰਾ ਦੇ ਵਿੱਚ ਹੁੰਦੇ ਨੇ, ਈਵਨ ਮੋਰ ਵੀ ਹੋ ਜਾਂਦੇ ਨੇ। ਸਰ ਜ਼ਿਆਦਾਤਰ ਜਿਹੜੇ ਹੈਗੇ ਕਿਹੜੀ ਬਿਮਾਰੀ ਦੇ ਸ਼ਿਕਾਰ ਹੋ ਰਹੇ ਆ ਇਸ ਟਾਈਮ ਦੇ ਵਿੱਚ? ਇਸ ਟਾਈਮ ਕੈਂਸਰ ਦੀ ਬਿਮਾਰੀ ਦੇ ਪੇਸ਼ੈਂਟਸ ਬਹੁਤ ਸਾਡੇ ਕੋਲ ਬਹੁਤ ਜਲਦੀ ਡ੍ਰੌਪ ਬਾਈ ਕਰ ਰਹੇ ਨੇ, ਜਿਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਦੀ ਹੁਣੇ ਪਤਾ ਚੱਲਿਆ। ਨਵੇਂ ਮਰੀਜ਼ ਕੈਂਸਰ ਦੇ ਬਹੁਤ ਕਾਮਨਲੀ ਪ੍ਰੈਜ਼ੈਂਟ ਕਰ ਰਹੇ ਨੇ। ਸਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਕਿਹੜੀ ਅੱਜ ਮਸ਼ੀਨ ਬਾਰੇ ਗੱਲ ਕਰ ਰਹੇ ਆ ਤੁਸੀਂ, ਉਹਦੇ ਵਿੱਚ ਜਿਹੜੇ ਹੈਗਾ ਬੋਡੀਜ਼ ਦੇ ਪਾਰਟ ਦੇ ਵਿੱਚ ਕੀ ਕਮੀਆਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਮਸ਼ੀਨ ਦੱਸਾਉਂਦੀ ਹੈ ਜੀ? ਐਕਚੁਅਲੀ ਕਮੀਆਂ ਨਾਲੋਂ ਮਸ਼ੀਨ ਸਾਨੂੰ ਇਹ ਜ਼ਿਆਦਾ ਪਤਾ ਲਾਉਂਦੀ ਹੈ ਵੀ ਜਿਹੜੀ ਸਾਡੀ ਬਿਮਾਰੀ ਪਹਿਲਾਂ ਤਾਂ ਹੈ ਕਿ ਨਹੀਂ ਹੈ, ਜੇ ਹੈ ਕਿੱਥੇ ਹੈ, ਜੇ ਕਿੱਥੇ ਹੈ ਤਾਂ ਉਹਨੂੰ ਤੁਸੀਂ ਕਿੱਦਾਂ ਟਰੀਟ ਕਰ ਸਕਦੇ ਹੈ, ਟਰੀਟ ਕਰਕੇ ਫਿਰ ਤੁਸੀਂ ਉਹਦਾ ਕਿੱਦਾਂ ਇਲਾਜ ਕਰ ਸਕਦੇ ਹੈ। ਜਿੱਦਾਂ ਹੁਣ ਮੈਂ ਆਪਣੀ ਪੈਟ ਸਿਟੀ ਦੀ ਮਸ਼ੀਨ ਬਾਰੇ ਗੱਲ ਕਰਨਾ, ਜਿਸ ਤਰ੍ਹਾਂ ਆਪਣਾ ਅੱਜ ਟੌਪਿਕ ਪੈਟ ਸਿਟੀ ਦੀ ਮਸ਼ੀਨ ਹੈ। ਜਿਹੜੀ ਸਾਡੇ ਕੋਲ ਪੈਟ ਸਿਟੀ ਮਸ਼ੀਨ ਹੈ ਇਹ ਹਾਈ ਐਂਡ ਇੱਕ ਮਸ਼ੀਨ ਹੈ, ਟਰੂ ਫਲਾਈਟ ਇਹਦਾ ਨਾਮ ਹੈ। ਇਹਦੇ ਵਿੱਚ ਅਸੀਂ ਪਿਛਲੇ 2013 ਤੋਂ ਇਹ ਚੱਲ ਰਹੀ ਹੈ ਸਾਡੇ ਕੋਲ, ਐਂਡ ਅਸੀਂ ਪਹਿਲਾਂ ਤਾਂ ਮੇਨਲੀ ਕੈਂਸਰ ਪੇਸ਼ੈਂਟਸ ਨੂੰ ਕੇਟਰ ਕਰਦੇ ਸੀਗੇ। ਇਹਦੇ ਲਈ ਇੱਕ ਸਪੈਸ਼ਲ ਦਵਾਈ ਆਉਂਦੀ ਹੈ ਜੋ ਕਿ ਸਾਨੂੰ ਬਾਹਰੋਂ ਮਿਲਦੀ ਹੈ, ਇਹਦਾ ਨਾਮ FDG ਹੈ, ਜੋ ਕਿ ਇੱਕ ਇੱਦਾਂ ਦੀ ਜਿਹੜੀ ਸਾਡੇ ਨਿਊਕਲੀਅਰ ਮੈਡੀਸਨ ਦੀ ਦਵਾਈਆਂ ਨੇ ਉਹ ਇੱਕ ਆਈਸੋਟੋਪਸ ਹੁੰਦੇ ਆ, ਰੇਡੀਓ ਆਈਸੋਟੋਪਸ ਹੁੰਦੇ ਆ, ਜਿਨ੍ਹਾਂ ਨੂੰ ਤੁਸੀਂ ਸਟੋਰ ਕਰਕੇ ਨਹੀਂ ਰੱਖ ਸਕਦੇ। ਸੋ ਦਵਾਈ ਆਉਂਦੀ ਹੈ, ਤੁਹਾਨੂੰ ਇੱਕ ਲਿਮਿਟਿਡ ਟਾਈਮ ਦੇ ਵਿੱਚ ਉਹਨੂੰ ਯੂਜ਼ ਕਰਨਾ ਪੈਂਦਾ, ਪੇਸ਼ੈਂਟ ਦੇ ਵਿੱਚ ਲਗਾਉਣਾ ਪੈਂਦਾ ਐਂਡ ਉਸ ਤੋਂ ਬਾਅਦ ਸਕੈਨ ਕਰਨਾ ਪੈਂਦਾ। ਸੋ ਇਹ ਵਾਕ-ਇਨ ਟੈਸਟ ਨਹੀਂ ਹੁੰਦੇ ਹੈਗੇ। ਜਿਹੜੀ ਮੇਨ ਗੱਲ ਜਿਹੜੀ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਵੀ ਨਿਊਕਲੀਅਰ ਮੈਡੀਸਨ ਦੇ ਟੈਸਟ ਵਾਕ-ਇਨ ਟੈਸਟ ਨਹੀਂ ਹੁੰਦੇ ਹੈਗੇ। ਉਹਦੇ ਲਈ ਪੇਸ਼ੈਂਟ ਨੂੰ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ, ਫਿਰ ਅਸੀਂ ਮੈਡੀਸਿਨਸ ਆਰਡਰ ਕਰਦੇ ਹਾਂ, ਫਿਰ ਉਹਨਾਂ ਦੇ ਇੰਜੈਕਸ਼ਨਸ ਲੱਗਦੇ ਨੇ ਐਂਡ ਐਜ਼ ਪ੍ਰੋਟੋਕੋਲ ਸਕੈਨ ਹੁੰਦਾ ਹੈ। ਡਾਕਟਰ ਆਪਣੇ ਕੋਲ ਜਿਹੜੇ ਪੇਸ਼ੈਂਟ ਆ ਰਹੇ ਆ ਕਿਸ ਏਜ ਦੇ ਵਿੱਚ ਆ ਰਹੇ ਆ? ਸਰਪ੍ਰਾਈਜ਼ਿੰਗਲੀ ਜੇ ਆਪਾਂ ਕਹੀਏ ਜੇ ਓਵਰ ਦਾ 12 ਇਅਰਸ ਅਸੀਂ ਦੇਖੀਏ 10 to 12 ਇਅਰਸ ਜਿਹੜਾ ਸਾਡਾ ਟ੍ਰੈਂਡ ਹੈ, ਪਹਿਲਾਂ ਸਾਡੇ ਕੋਲ ਬਜ਼ੁਰਗ ਜ਼ਿਆਦਾ ਆਉਂਦੇ ਸੀਗੇ, ਪਰ ਓਵਰ ਦਾ ਈਅਰਸ ਹੁਣ ਯੰਗ ਪੇਸ਼ੈਂਟ ਬੁਢਾਪੇ ਵਾਲੀਆਂ ਬਿਮਾਰੀਆਂ ਨਾਲ, ਜਿੱਦਾਂ ਕੈਂਸਰਸ ਜਿਹੜੇ ਬੁਢਾਪੇ ਦੇ ਸੀ ਉਹਨਾਂ ਨਾਲ ਜ਼ਿਆਦਾ ਆਉਣੇ ਸ਼ੁਰੂ ਹੋ ਗਏ ਨੇ। ਸੋ ਟ੍ਰੈਂਡ ਚੇਂਜ ਹੋ ਰਿਹਾ ਹੈ। ਇਸ ਟਾਈਮ ਤੇ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਕੋਲ ਬਜ਼ੁਰਗ ਜ਼ਿਆਦਾ ਆਉਂਦੇ ਨੇ, ਇਸ ਟਾਈਮ ਸਾਡੇ ਕੋਲ ਬੱਚੇ ਵੀ ਹੈ, ਜਵਾਨ ਵੀ ਹੈ, ਮਿਡਲ ਏਜ ਵੀ ਹੈ ਐਂਡ ਬਜ਼ੁਰਗ ਵੀ ਹੈ। ਹਰ ਤਰ੍ਹਾਂ ਦਾ ਮਰੀਜ਼ ਕੈਂਸਰ ਦਾ ਸ਼ਿਕਾਰ ਹੋ ਰਿਹਾ ਤੇ ਉਹ ਪੇਸ਼ੈਂਟਸ ਆਉਂਦੇ ਨੇ, ਡ੍ਰੌਪ ਬਾਈ ਕਰਦੇ ਨੇ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਜੀ ਪੰਜਾਬ ਭਰ ਦੇ ਪੇਸ਼ੈਂਟ ਜਿਹੜੇ ਹੈਗੇ ਆਪਣੇ ਇੱਥੇ ਟੈਸਟ ਕਰਵਾਉਣ ਵਾਸਤੇ, ਸਕੈਨ ਕਰਵਾਉਣ ਵਾਸਤੇ, ਇਲਾਜ ਕਰਵਾਉਣ ਲਈ ਆ ਰਹੇ, ਕਿ ਇਹਦਾ ਕਾਰਨ ਕੀ ਹੋ ਸਕਦਾ ਹੈ? ਐਕਚੁਅਲੀ ਇਹਦੇ ਪਿੱਛੇ ਰੀਜ਼ਨ ਇਹ ਹੈ, ਇੱਕ ਤਾਂ ਇਹ ਟੈਸਟ ਬਹੁਤ ਮਹਿੰਗੇ ਨੇ, ਦੂਸਰਾ ਸਰਕਾਰੀ ਸੈਟਅਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਫਰੀਦਕੋਟ ਇੱਕ ਇੱਦਾਂ ਦਾ ਮੈਡੀਕਲ ਹਸਪੀਟਲ ਹੈ ਜਿਹਦੇ ਵਿੱਚ ਇਹ ਮਸ਼ੀਨਸ ਅਵੇਲੇਬਲ ਨੇ, ਨਾ ਕਿ ਅੰਮ੍ਰਿਤਸਰ ਨੇ ਅਵੇਲੇਬਲ, ਨਾ ਪਟਿਆਲਾ ਨੇ। ਫਰੀਦਕੋਟ ਦੇ ਹੋਰ ਵੀ ਕਿਸੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਡਿਪਾਰਟਮੈਂਟ ਦੀ ਸੁਵਿਧਾ ਨਹੀਂ ਅਵੇਲੇਬਲ ਹੈਗੀ। ਜਿਹੜੇ ਤੁਹਾਡੇ ਵੱਲੋਂ ਟੈਸਟ ਕੀਤੇ ਜਾ ਰਹੇ ਆ, ਸਕੈਨ ਕੀਤੇ ਜਾ ਰਹੇ ਆ, ਉਹ ਪੇਸ਼ੈਂਟ ਨੂੰ ਫਿਰ ਕਿਸ ਹਾਲਾਤਾਂ ਦੇ ਵਿੱਚ ਤੁਸੀਂ ਬੁਲਾ ਰਹੇ ਆ ਜੀ, ਕਿਸ ਤਰ੍ਹਾਂ ਰਿਪੋਰਟ ਦੇ ਰਹੇ ਆ, ਕਿੰਨਾ ਟਾਈਮ ਲੱਗਦਾ ਜੀ? ਪੇਸ਼ੈਂਟਸ ਜਿਹੜੇ ਸਾਡੇ ਕੋਲ ਆਉਂਦੇ ਨੇ ਬਾਏ ਅਪਾਇੰਟਮੈਂਟ ਹੀ ਆਉਂਦੇ ਨੇ ਐਂਡ ਅਸੀਂ ਉਹਨਾਂ ਦੀ ਸੈਗਰੀਗੇਸ਼ਨ, ਇੱਕ ਡਾਕਟਰੀ ਟਰਮ ਹੈਗੀ ਟਰਾਇਜ ਦੇ ਵਿੱਚ ਜਿਹਨੂੰ ਜਿੰਨੀ ਜ਼ਿਆਦਾ ਜਲਦੀ ਜ਼ਰੂਰਤ ਹੈ ਉਸ ਹਿਸਾਬ ਨਾਲ ਪੇਸ਼ੈਂਟਸ ਨੂੰ ਅਸੀਂ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ 'ਤੇ ਅਪਾਇੰਟ ਕਰਦੇ ਹਾਂ। ਜਿੱਦਾਂ ਜਿਹੜੇ ਪੇਸ਼ੈਂਟ ਦਾ ਇਲਾਜ ਸ਼ੁਰੂ ਨਹੀਂ ਹੋਇਆ ਪ੍ਰਾਇੋਰਿਟੀ ਹੈ, ਜਿਹੜੇ ਪੇਸ਼ੈਂਟ ਦਾ ਇਲਾਜ ਸ਼ੁਰੂ ਹੋ ਗਿਆ ਪਰ ਉਹਦੀ ਬਿਮਾਰੀ ਵਾਪਸ ਆ ਗਈ ਉਹ ਪ੍ਰਾਇੋਰਿਟੀ ਹੈ। ਜਿਹੜੇ ਪੇਸ਼ੈਂਟ ਦਾ ਸਾਨੂੰ ਪਤਾ ਹੈ ਵੀ ਉਹਦਾ ਕੋਈ ਲੈਵਲ ਕੈਂਸਰ ਦੇ ਟਿਊਮਰ ਮਾਰਕਰ ਲੈਵਲਸ ਵੱਧ ਰਹੇ ਨੇ, ਉਹ ਪ੍ਰਾਇੋਰਿਟੀ ਬੇਸਿਸ ਤੇ ਜਾਂਦੇ ਨੇ। ਜਿਹੜੇ ਪੇਸ਼ੈਂਟਸ ਦਾ ਇਲਾਜ ਆਲਰੇਡੀ ਫਿਨਿਸ਼ ਹੋ ਚੁੱਕਿਆ ਨੇ, ਡਾਕਟਰ ਉਹਨਾਂ ਨੂੰ ਸਿਰਫ ਇੱਕ ਫੋਲੋ ਅਪ ਤੇ ਰੱਖਣਾ ਚਾਹੁੰਦੇ ਨੇ ਵੀ ਫਿਊਚਰ ਦੇ ਵਿੱਚ ਦੁਬਾਰਾ ਸਕੈਨ ਕਰਵਾਉਣਾ ਚਾਹੁੰਦੇ ਹੋਣ ਤੇ ਉਹਨਾਂ ਦਾ ਬੇਸਲਾਈਨ ਸਕੈਨ ਕਰਨਾ ਚਾਹੁੰਦੇ ਹਨ, ਉਹ ਅਸੀਂ ਪੇਸ਼ੈਂਟ ਥੋੜੇ ਡਿਲੇ ਵੀ ਕਰ ਦਿੰਦੇ ਹਾਂ। ਬਿਕੋਜ਼ ਇੱਕ ਟ੍ਰੀਟਮੈਂਟ ਤੋਂ ਬਾਅਦ ਨਾਰਮਲੀ ਵੀ ਪੈਟ ਸਕੈਨ ਇੱਕ ਟ੍ਰੀਟਮੈਂਟ ਤੋਂ ਬਾਅਦ 4 ਤੋਂ 6 ਹਫ਼ਤੇ ਦਾ ਕੀਮੋਥੈਰੇਪੀ ਤੋਂ ਬਾਅਦ 8 ਤੋਂ 10 ਹਫ਼ਤੇ ਰੇਡੀਓਥੈਰੇਪੀ ਤੋਂ ਬਾਅਦ ਸਕੈਨ ਦਾ ਗਾਈਡਲਾਈਨਸ ਕਹਿੰਦੀਆਂ ਨੇ ਸਾਡੀਆਂ, ਇੱਕ NCCN ਗਾਈਡਲਾਈਨਸ ਨੇ ਜੋ ਕਿ ਆਲ ਓਵਰ ਦਾ ਵਰਲਡ ਫੋਲੋ ਕੀਤੀਆਂ ਜਾਂਦੀਆਂ ਹਨ,
ਜਿਹਦੇ ਵਿੱਚ ਇਹ ਕਿਹਾ ਜਾਂਦਾ ਵੀ ਇਸ ਟਾਈਮ ਪੀਰੀਅਡ ਤੋਂ ਬਾਅਦ ਹੀ ਇਹ ਨਾਰਮਲ ਟੈਸਟ ਕੀਤੇ ਜਾਣੇ ਚਾਹੀਦੇ ਨੇ। ਡਾਕਟਰ ਸਾਹਿਬ ਅੱਜ ਤੱਕ ਜਿੰਨੇ ਤੁਸੀਂ ਟੈਸਟ ਕੀਤੇ ਆ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਹੈਗੇ ਆ ਕਿਸ ਹਾਲਾਤਾਂ ਦੇ ਵਿੱਚ ਆਏ ਆ, ਕਿੰਨੇ ਕੁ ਬੋਡੀ ਪਾਰਟਸ ਖਰਾਬ ਹੋਏ ਆ, ਕਿੰਨੇ ਕੁ ਠੀਕ ਚੱਲੇ? ਐਕਚੁਅਲੀ ਜੇ ਅਸੀਂ ਸ਼ੁਰੂ ਵਾਲੀ ਗੱਲ ਕਰੀਏ ਤੇ ਹੁਣ ਦਾ ਕੰਪੇਅਰ ਕਰੀਏ, ਸ਼ੁਰੂ ਵਿੱਚ ਸਾਡੇ ਕੋਲੇ ਪੇਸ਼ੈਂਟਸ ਜ਼ਿਆਦਾ ਬਿਮਾਰੀ ਵਧੀ ਹੋਈ ਲੈ ਕੇ ਆਉਂਦੇ ਸੀਗੇ। ਹੁਣ ਪੇਸ਼ੈਂਟ ਦੀ ਜਿਹੜੀ ਮੇ ਬੀ अर्ਲੀ ਡਿਟੈਕਸ਼ਨ ਕਰਕੇ ਜਾਂ ਪੇਸ਼ੈਂਟ ਦੀ ਅਵੇਅਰਨੈਸ ਕਰਕੇ ਹੁਣ ਪੇਸ਼ੈਂਟ अर्ਲੀ ਸਟੇਜਸ ਵਿੱਚ ਵੀ ਸਾਡੇ ਕੋਲ ਪਹੁੰਚ ਰਹੇ ਨੇ। ਤੁਸੀਂ ਦੱਸਿਆ ਪੈਟ ਸਿਟੀ ਸਕੈਨ ਹੈ ਜਿਹੜੀ ਹੋ ਰਹੀ ਆ, ਇਹ ਕੈਂਸਰ ਬਿਮਾਰੀ ਤੋਂ ਇਲਾਵਾ ਕਿਸੇ ਹੋਰ ਬਿਮਾਰੀ ਦੇ ਵੀ ਟੈਸਟ ਕੀਤੇ ਜਾਂਦੇ ਨੇ? ਬਿਲਕੁਲ ਜੀ, ਸਿਰਫ ਐਕਚੁਅਲੀ ਇਹ ਮਿਸਕਨਸੈਪਸ਼ਨ ਇਸ ਲਈ ਸੀਗੀ ਵੀ ਨਿਊਕਲੀਅਰ ਮੈਡੀਸਨ ਇਜ਼ ਪਾਰਟ ਆਫ ਕੈਂਸਰ ਡਿਪਾਰਟਮੈਂਟ, ਬਿਕੋਜ਼ ਪਹਿਲਾਂ ਇਹ ਸਿਰਫ ਕੈਂਸਰ ਦੇ ਟੈਸਟ ਲਈ ਹੀ ਜ਼ਿਆਦਾ ਇਹਨੂੰ ਹਾਈਪ ਅਪ ਕੀਤਾ ਗਿਆ ਸੀਗਾ। ਪਰ ਨਿਊਕਲੀਅਰ ਮੈਡੀਸਨ ਡਿਪਾਰਟਮੈਂਟ ਕੈਂਸਰ ਡਿਪਾਰਟਮੈਂਟ ਨਾਲੋਂ ਇੱਕ ਟੋਟਲੀ ਡਿਫਰੈਂਟ ਮੋਡੈਲਿਟੀ ਹੈ, ਇੱਕ ਡਿਫਰੈਂਟ ਬ੍ਰਾਂਚ ਹੈ, ਜਿਹਦੇ ਵਿੱਚ ਕੈਂਸਰ ਤੋਂ ਇਲਾਵਾ ਹੋਰ ਵੀ ਬੋਡੀ ਪਾਰਟਸ ਦੇ ਟੈਸਟ ਕੀਤੇ ਜਾਂਦੇ ਹਨ। ਜਿੱਦਾਂ ਕਿ ਆਪਾਂ ਬੁਖਾਰ ਹੈ, ਪੇਸ਼ੈਂਟ ਨੂੰ 6 ਮਹੀਨੇ ਤੋਂ ਬੁਖਾਰ ਨਹੀਂ ਟੁੱਟ ਰਿਹਾ, ਜਿਹਨੂੰ ਅਸੀਂ PUO ਕਹਿੰਦੇ, ਪਾਇਰੈਕਸੀ ਆਫ ਅਨਨੋਨ ਓਰੀਜਨ, ਉਹਦੇ ਵਿੱਚ ਵੀ ਪੇਸ਼ੈਂਟਸ ਨੂੰ ਸਾਰੇ ਟੈਸਟ ਕਰਾ ਕੇ ਉਹਦਾ ਕੋਈ ਆਪਾਂ ਨੂੰ ਪਤਾ ਨਹੀਂ ਚੱਲ ਰਿਹਾ, ਆਪਾਂ ਕਿਸੇ ਕਨਕਲੂਜਨ ਤੇ ਨਹੀਂ ਪਹੁੰਚਦੇ, ਉਦੋਂ ਅਸੀਂ ਪੈਟ ਸੀਟੀ ਸਾਡਾ ਹੈਲਪਫੁਲ ਹੁੰਦਾ ਹੈ ਵੀ ਇਹ ਬੁਖਾਰ ਕਿਉਂ ਹੋ ਰਿਹਾ, ਨਾ ਟੁੱਟਣ ਵਾਲਾ ਬੁਖਾਰ ਦੇ ਕਾਰਨ ਕੀ ਨੇ। ਉਹਦੇ ਵਿੱਚ ਫਿਰ ਅੱਗੇ ਬਹੁਤ ਸਾਰੇ ਹੁੰਦੇ ਨੇ ਜਿਹਦੇ ਵਿੱਚ ਅਸੀਂ ਟ੍ਰੀਟਿੰਗ ਡਾਕਟਰ ਨੂੰ ਦੱਸ ਦਿੰਦੇ ਵੀ ਇਸ ਕਰਕੇ ਇਹ ਬੁਖਾਰ ਹੋ ਰਿਹਾ ਹੈ। ਫਿਰ ਆਰਟਰਾਈਟਸ ਇੱਕ ਆਪਣੀ ਆਰਟਰੀਜ਼ ਦੀ, ਆਪਣੀ ਖੂਨ ਵਾਲੀ ਨਸਾਂ ਦੀ ਇੱਕ ਬਿਮਾਰੀ ਹੈ ਜਿਹਦੀ ਇਨਫੈਕਸ਼ਨ ਹੋਣ ਕਰਕੇ ਵੀ ਬੁਖਾਰ ਵੀ ਹੋ ਜਾਂਦਾ ਹੈ। ਜਾਂ ਤੁਸੀਂ ਕਿਸੇ ਪੇਸ਼ੈਂਟ ਦੀ ਕੋਈ ਆਰਟਰੀ ਪਾਈ ਹੋਵੇ, ਜਿਵੇਂ ਕਾਰਡਿਕ ਪੇਸ਼ੈਂਟਸ ਦੇ ਵਿੱਚ ਪਾਈ ਹੈ, ਉਹਦੀ ਕੋਈ ਇਨਫੈਕਸ਼ਨ ਹੋ ਜਾਵੇ, ਇਨਫਲੇਮੇਸ਼ਨ ਹੋ ਜਾਵੇ, ਉਹਨੂੰ ਵੀ ਟੈਸਟ ਕਰਨ ਲਈ ਪੈਟ ਸੀਟੀ ਯੂਜ਼ ਕੀਤਾ ਜਾਂਦਾ ਹੈ। ਦੈਨ ਹਾਰਟ ਲਈ, ਹਾਰਟ ਦੇ ਜਿੱਦਾਂ ਆਪਾਂ ਕਿਸੇ ਪੇਸ਼ੈਂਟ ਨੂੰ ਆਪਣੇ ਦਿਲ ਦਾ ਦੌਰਾ ਪੈ ਚੁੱਕਿਆ ਹੈ, ਆਲਰੇਡੀ ਪੈ ਚੁੱਕਿਆ ਹੈ, ਪਰ ਆਪਾਂ ਦੇਖਣਾ ਚਾਹੁੰਦੇ ਹਾਂ ਵੀ ਉਹ ਜਿਹੜਾ ਦਿਲ ਦੇ ਦੌਰੇ ਕਰਕੇ ਜਿਹੜੀ ਨਸ ਬੰਦ ਹੋਈ ਹੈ, ਉਹ ਨਸ ਨੂੰ ਅਸੀਂ ਜੇ ਦੁਬਾਰਾ ਆਪਾਂ ਸਟੈਂਟ, ਜਿਹਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿੰਦੇ ਸਟੈਂਟ ਪਾਵਾਂਗੇ ਜਾਂ ਆਪਰੇਸ਼ਨ ਕਰਾਂਗੇ, ਵੀ ਉਹ ਹਾਰਟ ਦਾ ਪਾਰਟ ਉਹ ਕੰਮ ਕਰ ਵੀ ਰਿਹਾ ਕਿ ਉਹ ਆਲਰੇਡੀ ਮਰ ਚੁੱਕਿਆ ਹੈ। ਜੇ ਮਰ ਚੁੱਕਿਆ ਜਾਂ ਆਪਾਂ ਆਪਰੇਸ਼ਨ ਕਰਾਂਗੇ ਜਾਂ ਸਟੈਂਟ ਪਾਵਾਂਗੇ, ਉਹ ਪਾਰਟ ਨੇ ਦੁਬਾਰਾ ਜ਼ਿੰਦਾ ਨਹੀਂ ਹੋਣਾ, ਸੋ ਉਹ ਆਪਰੇਸ਼ਨ ਸਾਡੇ ਮਰੀਜ਼ ਲਈ ਹੈਲਪਫੁਲ ਨਹੀਂ ਹੋਊਗਾ। ਇਸ ਲਈ ਵੀ ਪੈਟ ਦੀ ਯੂਜ਼ ਕੀਤਾ ਜਾਂਦਾ, ਜਿਹਦੇ ਵਿੱਚ ਦੋ ਮਸ਼ੀਨਾਂ ਤੇ, ਸਾਡੀ ਦੋਨੇ ਮਸ਼ੀਨਾਂ ਤੇ ਸਪੈਕਟ ਸੀਟੀ ਤੇ ਪੈਟ ਸੀਟੀ ਨੂੰ ਮਿਲਾ ਕੇ ਟੈਸਟ ਕਰਕੇ ਇੱਕ ਰਿਪੋਰਟ ਬਣਾਈ ਜਾਂਦੀ ਹੈ, ਜਿਹਦੇ ਵਿੱਚ ਪਤਾ ਲੱਗਦਾ ਹੈ ਵੀ ਉਹ ਪਾਰਟ ਜਿੰਦਾ ਹੈ ਕਿ ਖਤਮ ਹੋ ਚੁੱਕਿਆ ਹੈ, ਇਹਨੂੰ ਸਟੈਂਟ ਦਾ ਫਾਇਦਾ ਹੋਣਾ ਹੈ, ਇਹਨੂੰ ਆਪਰੇਸ਼ਨ ਦਾ ਫਾਇਦਾ ਹੋਣਾ ਹੈ, ਜਾਂ ਅਸੀਂ ਜੇ ਕਰ ਵੀ ਲਵਾਂਗੇ ਇਹਦਾ ਫਾਇਦਾ ਹੋਏਗਾ ਕਿ ਨਹੀਂ ਹੋਏਗਾ। ਦੈਨ ਇਸ ਤੋਂ ਇਲਾਵਾ ਸਾਡਾ ਜੇ ਅਸੀਂ ਕਹੀਏ ਇੱਕ ਬ੍ਰੇਨ ਦੀ ਬਿਮਾਰੀ ਹੁੰਦੀ ਹੈ ਡਿਮੈਂਸ਼ੀਆ ਹੁੰਦਾ, ਜਿਹਦੇ ਵਿੱਚ ਅਲਜ਼ਾਈਮਰਸ ਕਹਿੰਦੇ ਨੇ, ਜਿਹਦੇ ਵਿੱਚ ਬੰਦੇ ਦੀ ਭੁੱਲਣ ਸ਼ਕਤੀ ਵੱਧ ਜਾਂਦੀ ਹੈ। ਹੌਲੀ ਹੌਲੀ ਉਹ ਡਿਟੀਰੀਓਰੇਟ ਇੰਨਾ ਹੋ ਜਾਂਦਾ ਵੀ ਉਹਨੂੰ ਇਹ ਨਹੀਂ ਯਾਦ ਰਹਿੰਦਾ ਵੀ ਮੇਰੀ ਫੈਮਿਲੀ ਕੌਣ ਹੈ, ਫੈਮਿਲੀ ਮੈਂਬਰਸ ਐਂਡ ਆਲ। ਉਹਦੇ ਲਈ ਵੀ ਬ੍ਰੇਨ ਦਾ ਪੈਟ ਸੀਟੀ ਕੀਤਾ ਜਾਂਦਾ ਹੈ, ਜਿਹਦੇ ਨਾਲ ਅਸੀਂ ਉਹਨੂੰ ਪਕੜ ਸਕਦੇ ਹਾਂ ਵੀ ਡਿਮੈਂਸ਼ੀਆ ਹੈ, ਕਿਸ ਲੈਵਲ ਦਾ ਹੈ ਤੇ ਕਿੰਨਾ ਹੈ। ਉਹਦੇ ਲਈ ਵੀ ਪੈਟ ਸੀਟੀ ਦਾ ਯੂਜ਼ ਕੀਤਾ ਜਾਂਦਾ ਹੈ ਬਿਸਾਈਡਸ ਕੈਂਸਰ। ਡਾਕਟਰ ਪੇਸ਼ੈਂਟ ਜਿਵੇਂ ਟੈਸਟਿੰਗ ਕਰਦੇ ਆ, ਤੁਸੀਂ ਸਕੈਨ ਕਰਦੇ ਆ, ਉਹ ਫਿਰ ਕਿਸ ਤਰ੍ਹਾਂ ਹਾਲਾਤਾਂ ਦੇ ਵਿੱਚ ਤੁਸੀਂ ਬੁਲਾਉਂਦੇ ਉਹਨਾਂ ਨੂੰ, ਕੀ ਖਾਣਾ ਪੀਣਾ ਉਹਨਾਂ ਨੂੰ ਚਾਹੀਦਾ ਹੈਗਾ, ਕਿਸ ਤਰ੍ਹਾਂ? ਦੇਖੋ ਜੀ, ਹਰ ਬੋਡੀ ਪਾਰਟ ਦੇ ਟੈਸਟ ਲਈ ਨੋਰਮਲੀ ਅਸੀਂ ਪੇਸ਼ੈਂਟ ਨੂੰ ਐਮਟੀ ਸਟਮਕ ਹੀ ਬੁਲਾਉਂਦੇ ਹਾਂ, ਚਾਹੇ ਉਹ ਹਾਰਟ ਦਾ ਹੋਵੇ, ਚਾਹੇ ਉਹ ਕੈਂਸਰ ਦਾ ਹੋਵੇ, ਚਾਹੇ ਤੁਸੀਂ PU ਲਈ ਕਰਨਾ ਹੋਵੇ, ਚਾਹੇ ਬਿਕੋਜ਼ ਜਿਹੜੀ ਦਵਾਈ ਹੈ ਸਾਰਿਆਂ ਲਈ ਇੱਕੋ ਹੀ ਲੱਗਦੀ ਹੈ। ਤੇ ਉਹ ਜਿਹੜੀ ਦਵਾਈ FDG ਹੈ, ਉਹ ਕੀ ਹੈ, ਇੱਕ ਗਲੂਕੋਜ਼ ਜਿਹਨੂੰ ਆਪਾਂ ਕਹਿੰਦੇ ਹਾਂ, ਗਲੂਕੋਜ਼ ਦੇ ਨਾਲ ਰੇਡੀਓ ਆਈਸੋਟੋਪ ਇੱਕ ਇੱਦਾਂ ਦੀ ਚੀਜ਼ ਹੁੰਦੀ ਹੈ ਜਿਹੜਾ ਕਿ ਜਿਹਦੇ ਵਿੱਚੋਂ ਕਿਰਨਾਂ ਨਿਕਲਦੀਆਂ ਨੇ। ਉਹ ਕਿਰਨਾਂ ਸਾਡੀ ਬੋਡੀ ਦੇ ਉਸ ਪਾਰਟ ਵਿੱਚ ਜਾਂਦੀਆਂ ਨੇ, ਸਾਡੀ ਮਸ਼ੀਨ ਉਹਨਾਂ ਨੂੰ ਫੜਦੀ ਹੈ ਤੇ ਉਹਦੇ ਨਾਲ ਸਾਡਾ ਡਿਟੈਕਟ ਹੁੰਦਾ ਹੈ। ਇਹਦੇ ਲਈ ਪੇਸ਼ੈਂਟ ਨੂੰ ਓਵਰਨਾਈਟ ਫਾਸਟਿੰਗ, ਖਾਲੀ ਪੇਟ ਰਹਿਣਾ ਪੈਂਦਾ ਹੈ। ਪੇਸ਼ੈਂਟ ਨੂੰ 2 ਟੈਸਟ ਕਰਵਾ ਕੇ ਆਉਣੇ ਪੈਂਦੇ ਨੇ, ਜਿਹਦੇ ਵਿੱਚ ਉਹਦੇ ਸ਼ੂਗਰ ਲੈਵਲਸ ਦਾ ਪਤਾ ਲੱਗਦਾ ਹੈ ਤੇ ਉਹਦੇ ਕ੍ਰੈਟਿਨਿਨ ਲੈਵਲ, ਬਿਕੋਜ਼ ਅਸੀਂ ਕੰਟਰਾਸਟ ਦੇਣਾ ਹੁੰਦਾ CT ਸਕੈਨ ਵਾਂਗੂ, ਉਹਦੇ ਕਿਡਨੀ ਦੇ ਲੈਵਲ ਸਾਨੂੰ ਪਤਾ ਹੋਣੇ ਜ਼ਰੂਰੀ ਨੇ, ਬਲੱਡ ਟੈਸਟ ਦੇ ਲੈਵਲ ਹੋਣੇ ਜ਼ਰੂਰੀ ਨੇ। ਡਾਕਟਰ ਇਹਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਵੀ ਤੁਹਾਡੀ ਜਿਸ ਤਰ੍ਹਾਂ ਬਿਲਡਿੰਗ ਆ, ਤੁਸੀਂ ਦੱਸਿਆ ਵੀ ਇਹਦੇ ਵਿੱਚੋਂ ਕਿਰਨਾਂ ਨਿਕਲਦੀਆਂ ਨੇ, ਇਹਦੇ ਵਿੱਚ ਕੋਈ ਜਿਸ ਤਰ੍ਹਾਂ ਹਰ ਜਗ੍ਹਾ ਦੇ ਵਿੱਚ ਲਿਖਿਆ ਹੁੰਦਾ ਗਰਭਵਤੀ ਮਹਿਲਾਵਾਂ ਦਾ ਆਉਣਾ, ਬੱਚਿਆਂ ਦਾ ਆਉਣਾ, ਤੇ ਇੱਥੇ ਤੁਹਾਡੀ ਕੀ ਸੁਝਾਅ ਹੈ? ਸਾਡੇ 'ਚ ਜੇ ਤੁਸੀਂ ਐਂਟਰ ਕਰੋਗੇ, ਸਾਡੇ ਮੇਨ ਗੇਟ ਦੇ ਬਾਹਰ ਹੀ ਲਿਖਿਆ ਹੋਇਆ ਵੀ ਇੱਥੇ ਗਰਭਵਤੀ ਮਹਿਲਾ ਦਾ ਆਉਣਾ ਵਰਜਿਤ ਹੈ। ਬੇਸਿਕਲੀ ਸਾਡਾ ਜਿਹੜਾ ਹੈਗਾ ਸੋਰਸ ਸੀਲਡ ਸੋਰਸ ਨਹੀਂ ਹੈ। ਸਾਡਾ ਜਿਹੜੀ ਹੈਗੀ ਹੈ ਬਿਮਾਰੀ, ਜਿੱਦਾਂ ਰੇਡੀਓਥੈਰੇਪੀ ਦੇ ਵਿੱਚ ਜਿਹੜੇ ਉਹਨਾਂ ਨੂੰ ਕਿਰਨਾਂ ਲੱਗਦੀਆਂ, ਉਹ ਇੱਕ ਮਸ਼ੀਨ ਦੇ ਵਿੱਚ ਬੰਦ ਹੈ
ਉਹ ਮਸ਼ੀਨ ਦੇ ਵਿੱਚੋਂ ਨਿਕਲਦੀਆਂ ਨੇ। ਸਾਡੀ ਕੀ ਜਿਹੜੀ ਓਪਨ ਸੋਰਸ ਹੈ, ਜਿਹੜੀ ਸਾਡੀ ਦਵਾਈ ਹੈ ਉਹ ਇੱਕ ਸਿਰਿੰਜ ਦੇ ਰੂਪ ਵਿੱਚ ਅਸੀਂ ਮਰੀਜ਼ ਨੂੰ ਇੰਜੈਕਟ ਕਰਦੇ ਹਾਂ ਉਸ ਚੀਜ਼ ਦੇ ਨਾਲ ਮਿਲਾ ਕੇ ਜਿਸ ਚੀਜ਼ ਦਾ ਟੈਸਟ ਹੋਣਾ, ਬੋਡੀ ਪਾਰਟ ਦਾ ਟੈਸਟ ਹੋਣਾ ਹੁੰਦਾ ਹੈ। ਜਿਵੇਂ ਥਾਇਰਾਇਡ ਲਈ ਕੋਈ ਅਲੱਗ ਦਵਾਈ ਲੱਗਦੀ ਹੈ, ਪਰ ਉਹਦੇ ਨਾਲ ਜਿਹੜੀ ਸਾਡਾ ਰੇਡੀਓ ਆਈਸੋਟੋਪ ਲੱਗਦਾ ਉਹ ਸਾਰਿਆਂ ਨਾਲ ਸੇਮ ਹੈ। ਸੋ ਇਸ ਕਰਕੇ ਰੇਡੀਏਸ਼ਨ ਓਪਨ ਸੋਰਸ, ਜਿਹੜੇ ਸਾਡੇ ਪੇਸ਼ੈਂਟਸ ਨੂੰ ਅਸੀਂ ਇੰਜੈਕਟ ਕਰਦੇ ਹਾਂ, ਥੋੜ੍ਹੀਆਂ ਥੋੜ੍ਹੀਆਂ ਕਿਰਨਾਂ ਉਹਨਾਂ 'ਚੋਂ ਵੀ ਨਿਕਲਦੀਆਂ ਨੇ। ਇਸ ਕਰਕੇ ਗਰਭਵਤੀਮੈਲਾ ਨੂੰ ਅੰਦਰ ਆਉਣ ਤੋਂ ਰੋਕਿਆ ਜਾਂਦਾ ਹੈ। ਡਾਕਟਰ ਸਾਹਿਬ ਇਹਦੇ ਕੀ ਸਾਈਡ ਇਫੈਕਟ ਕੀ ਹੁੰਦੇ ਆ? ਐਜ਼ ਪਰ ਸੇ ਜੇ ਤੁਸੀਂ ਕਹੋ ਨਿਊਕਲੀਅਰ ਮੈਡੀਸਨ ਦੀ ਦਵਾਈ ਦੇ ਸਾਈਡ ਇਫੈਕਟ ਨੇ, ਉਹ ਇੰਨੀ ਘੱਟ ਮਾਤਰਾ 'ਚ ਯੂਜ਼ ਕੀਤੀ ਜਾਂਦੀ ਹੈ, ਉਹਦੇ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਮਤਲਬ ਕੋਈ ਵੀ ਸਾਈਡ ਇਫੈਕਟ ਟਿਲ ਡੇਟ ਕੋਈ ਰਿਪੋਰਟਡ ਨਹੀਂ ਹੈ। ਨਹੀਂ, ਜਿਸ ਤਰ੍ਹਾਂ ਡਾਕਟਰ ਸਾਹਿਬ, ਜਿਸ ਤਰ੍ਹਾਂ ਗਰਭਵਤੀ ਮਹਿਲਾਵਾਂ ਆ ਗਈਆਂ ਜਾਂ ਬੱਚੇ ਆ ਗਏ, ਉਹਨਾਂ ਨੂੰ ਕੀ ਦੇਖੋ ਜੀ, ਇੱਕ ਨਿਊਕਲੀਅਰ ਮੈਡੀਸਨ ਡਿਪਾਰਟਮੈਂਟ ਦੇ ਵਿੱਚ ਸਿਰਫ ਇੱਕ ਟੈਸਟ ਇੱਕ ਪੇਸ਼ੈਂਟ ਦਾ ਨਹੀਂ ਹੋ ਰਿਹਾ ਹੁੰਦਾ। ਮਲਟੀਪਲ ਪੇਸ਼ੈਂਟਸ ਮਲਟੀਪਲ ਮਸ਼ੀਨਸ ਤੇ ਮਲਟੀਪਲ ਦਵਾਈਆਂ ਦੇ ਨਾਲ ਚੱਲ ਰਹੇ ਹੁੰਦੇ ਆ। ਸੋ ਰੇਡੀਏਸ਼ਨ ਲੈਵਲ ਥੋੜਾ ਜਿਹਾ ਸਾਡੇ ਕੋਲੇ ਜ਼ਿਆਦਾ ਹੁੰਦਾ ਹੈ। ਮੈਂ ਇਸ ਟਾਈਮ ਤੇ TLD ਉਤਾਰਤਾ ਨਹੀਂ, ਸਾਡੇ ਕੋਲ ਇੱਕ TLD ਇੱਕ ਮਾਪ ਕਰਨ ਲਈ ਇੱਕ TLD ਮੋਨੀਟਰ ਹੁੰਦਾ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੇ ਤੇ ਕਿੰਨੀ ਰੇਡੀਏਸ਼ਨ ਸਾਡੀ ਬਾਡੀ ਲੈ ਰਹੀ ਹੈ। ਉਹ ਹਰ 3 ਮਹੀਨਿਆਂ ਬਾਅਦ ਸਾਨੂੰ ਅਵੇਅਰ ਕਰਦੇ ਰਹਿੰਦੇ ਨੇ ਵੀ ਤੁਹਾਡੀ ਰੇਡੀਏਸ਼ਨ ਲੈਵਲ ਕਿੰਨੇ ਨੇ। ਇਸ ਕਰਕੇ ਸਾਡੇ ਕੋਲ ਤਾਂ ਸਾਨੂੰ ਪਤਾ ਅਸੀਂ ਕੰਟਰੋਲਡ ਇਨਵਾਇਰਨਮੈਂਟ ਦੇ ਵਿੱਚ ਰਹਿੰਦੇ ਹਾਂ, ਪਰ ਪੇਸ਼ੈਂਟ ਦੇ ਕੋਲ ਇਦਾਂ ਦਾ ਕੁਝ ਨਹੀਂ ਹੁੰਦਾ। ਇਸ ਕਰਕੇ ਗਰਭਵਤੀ ਮਹਿਲਾ ਨੂੰ ਅਸੀਂ ਓਵਰ ਐਕਸਪੋਜ਼ ਕਰਨ ਤੋਂ ਬਚਾਉਣ ਲਈ ਜਾਂ ਬੱਚਿਆਂ ਨੂੰ ਓਵਰ ਐਕਸਪੋਜ਼ਰ ਤੋਂ ਬਚਾਉਣ ਲਈ ਅਵੋਇਡ ਕਰਦੇ ਹਾਂ ਨਿਊਕਲੀਅਰ ਮੈਡੀਸਨ ਡਿਪਾਰਟਮੈਂਟ 'ਚ ਆਉਣ ਲਈ। ਡਾਕਟਰ ਸਾਹਿਬ, ਟੈਸਟਿੰਗ ਸੰਬੰਧੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਜੇ ਆਪਾਂ ਕਹੀਏ ਵੀ ਨਿਊਕਲੀਅਰ ਮੈਡੀਸਨ ਐਜ਼ ਪਰ ਸੇ ਕੈਂਸਰ ਦੀ ਬਿਮਾਰੀਆਂ ਲਈ ਯੂਜ਼ ਕੀਤਾ ਜਾਂਦਾ ਜਾਂ ਕੈਂਸਰ ਲਈ ਯੂਜ਼ ਕੀਤਾ ਜਾਂਦਾ, ਇਹਦੇ ਵੀ ਇੱਕ ਜਗ੍ਹਾ ਕੈਂਸਰ ਨਹੀਂ, ਮਲਟੀਪਲ ਇੰਡੀਕੇਸ਼ਨਸ ਨੇ। ਜਿਵੇਂ ਸਭ ਤੋਂ ਪਹਿਲਾਂ ਜਿੱਦਾਂ ਕੁਝ ਟੈਸਟ ਨੇ, ਜਿੱਦਾਂ ਆਪਾਂ ਲਿੰਫੋਮਾ ਦੀ ਗੱਲ ਕਰੀਏ, ਲਿੰਫੋਮਾ ਗੰਢਾਂ ਦਾ ਕੈਂਸਰ ਹੁੰਦਾ ਜਿਹਦੇ ਵਿੱਚ ਸਾਰੇ ਸਰੀਰ ਦੀਆਂ ਗੰਢਾਂ ਹੋ ਜਾਂਦੀਆਂ ਨੇ, ਫੁੱਲ ਜਾਂਦੀਆਂ। ਇਹਦੇ ਵਿੱਚ ਗਾਈਡਲਾਈਨਸ ਦੇ ਹਿਸਾਬ ਨਾਲ ਜਦੋਂ ਡਿਜ਼ੀਜ਼ ਤੁਹਾਨੂੰ ਪਤਾ ਲੱਗਦਾ ਵੀ ਸਾਨੂੰ ਅੱਜ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ, ਸਾਡੀ ਇਹ ਤਕਲੀਫ ਸ਼ੁਰੂ ਹੋਈ ਹੈ, ਉਸ ਲੈਵਲ ਤੇ ਇੱਕ ਪੈਟ ਸਕੈਨ ਕੀਤਾ ਜਾਂਦਾ ਜਿਹਦੇ ਵਿੱਚ ਅਸੀਂ ਟ੍ਰੀਟਿੰਗ ਡਾਕਟਰ ਨੂੰ ਦੱਸਦੇ ਹਾਂ ਵੀ ਤੁਹਾਨੂੰ ਇਸ ਲੈਵਲ ਤੱਕ ਦਾ ਇਸ ਪੇਸ਼ੈਂਟ ਨੂੰ ਬਿਮਾਰੀ ਹੈ, ਇਸ ਲੈਵਲ ਤੱਕ ਇਹ ਫੈਲਿਆ ਹੋਇਆ, ਉਸ ਹਿਸਾਬ ਨਾਲ ਆਪਦੀ ਉਹ ਟ੍ਰੀਟਮੈਂਟ ਅਪਰੋਚ ਕਰਦੇ ਨੇ। ਫਿਰ ਉਹ ਕੁਝ ਕੀਮੋਥੈਰੇਪੀ 3 ਜਾਂ 4 ਟ੍ਰੀਟਿੰਗ ਡਾਕਟਰ ਤੇ ਡਿਪੈਂਡ ਕਰਦਾ ਹੈ। ਉਹਦੇ ਵਿੱਚੋਂ ਦੇਖਣਾ ਜ਼ਰੂਰੀ ਹੋ ਜਾਂਦਾ ਵੀ ਜਿਹੜੀ ਅਸੀਂ ਕੀਮੋਥੈਰੇਪੀ ਲਾਈ ਹੈ ਉਹ ਪੇਸ਼ੈਂਟ ਨੂੰ ਕੋਈ ਫਾਇਦੇਮੰਦ ਹੈ ਕਿ ਨਹੀਂ ਹੈ। ਇਸ ਲਈ ਅਸੀਂ ਪੁਰਾਣਾ ਸਕੈਨ ਜਿਹੜਾ ਉਹਨਾਂ ਨੇ ਸ਼ੁਰੂ ਵਿੱਚ ਕਰਾਇਆ ਹੁੰਦਾ ਤੇ ਜਿਹੜਾ ਅੱਜ ਦਾ ਸਕੈਨ ਹੈ, ਉਹਨਾਂ ਦੋਨਾਂ ਨੂੰ ਕੰਪੇਅਰ ਕਰਕੇ ਰਿਪੋਰਟ ਬਣਾਉਣੇ ਆ ਵੀ ਕੀਮੋਥੈਰੇਪੀ ਦਾ ਅਸਰ ਹੋਇਆ ਨਹੀਂ ਹੋਇਆ, ਇਹ ਕੀਮੋਥੈਰੇਪੀ ਸਾਨੂੰ ਅੱਗੇ ਚਲਾਉਣੀ ਚਾਹੀਦੀ ਹੈ ਜਾਂ ਸਾਨੂੰ ਇਹ ਕੀਮੋਥੈਰੇਪੀ ਬੰਦ ਕਰਕੇ ਇਹਨੂੰ ਖਤਮ ਕਰ ਦੇਣਾ ਚਾਹੀਦਾ ਹੈ। ਫਿਰ ਕੁਝ ਪੇਸ਼ੈਂਟਸ ਹੁੰਦੇ ਨੇ ਜਿਨ੍ਹਾਂ ਦੀ ਇਲਾਜ ਖਤਮ ਹੋ ਗਿਆ, ਇਲਾਜ ਖਤਮ ਹੋ ਕੇ ਅਸੀਂ ਉਹਨਾਂ ਨੂੰ ਦੇਖਣਾ ਵੀ ਇਹ ਜਿਹੜਾ ਇਲਾਜ ਹੋਇਆ ਹੈ ਇਸ ਟਾਈਮ ਤੇ ਪੇਸ਼ੈਂਟ ਪੂਰਾ ਡਿਜ਼ੀਜ਼ ਫ੍ਰੀ ਹੈ। ਟ੍ਰੀਟਮੈਂਟ ਦੀ ਰਿਸਪੌਂਸ ਇਵੈਲੂਏਸ਼ਨ ਲਈ ਦੇਖਣ ਲਈ ਵੀ ਜਿਹੜਾ ਟ੍ਰੀਟਮੈਂਟ ਹੋਇਆ ਉਹ ਠੀਕ ਹੋਇਆ, ਪੇਸ਼ੈਂਟ ਸਭ ਠੀਕ ਹੈ, ਇੱਕ ਸਕੈਨ ਕੀਤਾ ਜਾਂਦਾ ਹੈ ਜਿਹਨੂੰ ਅਸੀਂ ਲੇਟਰ ਔਨ ਲਈ ਵੀ ਬੇਸਲਾਈਨ ਸਕੈਨ ਮੰਗਦੇ ਹਾਂ ਵੀ ਅੱਜ ਤੋਂ ਸਾਲ ਬਾਅਦ, 2 ਸਾਲ ਬਾਅਦ, 4 ਸਾਲ ਬਾਅਦ ਪੇਸ਼ੈਂਟ ਨੂੰ ਕੋਈ ਤਕਲੀਫ ਦੁਬਾਰਾ ਆਉਂਦੀ ਹੈ ਤਾਂ ਮਤਲਬ ਉਹ ਦੁਬਾਰਾ ਆਈ ਹੈ, ਪਹਿਲੀ ਖਤਮ ਹੋ ਚੁੱਕੀ ਸੀਗੀ। ਫਿਰ ਰੈਕਰੈਂਸ ਹੁੰਦੀ ਹੈ। ਰੈਕਰੈਂਸ ਮਤਲਬ ਬਿਮਾਰੀ ਤੁਹਾਡੀ ਹਜੇ ਖਤਮ ਨਹੀਂ ਹੋਈ, ਉਹ ਦੁਬਾਰਾ ਫਿਰ ਸ਼ੁਰੂ ਹੋ ਗਈ, ਉਹਦੇ ਲਈ ਵੀ ਟੈਸਟ ਕੀਤਾ ਜਾਂਦਾ। ਜਿਵੇਂ ਕਿ ਕੈਂਸਰ, ਓਵਰੀ ਦਾ ਕੈਂਸਰ ਹੁੰਦਾ, ਉਹਦੇ ਵਿੱਚ ਲੈਵਲ ਸਾਡੇ ਬਲੱਡ ਦੇ ਵੱਧ ਜਾਂਦੇ ਨੇ। ਪੈਨਕ੍ਰੀਅਸ ਦਾ ਕੈਂਸਰ ਹੁੰਦਾ, ਉਹਦੇ 'ਚ ਬਾਇਓਕੈਮੀਕਲ ਟੈਸਟ ਹੁੰਦੇ ਨੇ, ਖੂਨ ਦੇ ਟੈਸਟ ਕੀਤੇ ਜਾਂਦੇ ਜਿਹੜੇ ਕਿ ਥੋੜ੍ਹੇ ਮਹਿੰਗੇ ਹੁੰਦੇ ਨੇ, ਉਹਨਾਂ ਤੋਂ ਪਤਾ ਲੱਗਦਾ ਵੀ ਉਹ ਲੈਵਲ ਵੱਧ ਰਿਹਾ, ਕੈਂਸਰ ਵਾਪਸ ਸਰੀਰ 'ਚ ਆ ਰਿਹਾ, ਪਰ ਕਿੱਥੇ ਆ ਰਿਹਾ ਉਹ ਬਲੱਡ ਟੈਸਟ ਨਹੀਂ ਦੱਸ ਸਕਦੇ। ਫਿਰ ਉਹਦੇ ਲਈ ਪੈਟ ਸਕੈਨ ਕਰਕੇ ਅਸੀਂ ਤੁਹਾਨੂੰ ਟ੍ਰੀਟਿੰਗ ਡਾਕਟਰ ਨੂੰ ਦੱਸ ਦਿੰਦੇ ਹਾਂ ਵੀ ਇੱਥੇ ਆ ਰਿਹਾ, ਉਸ ਹਿਸਾਬ ਨਾਲ ਉਹ ਇਲਾਜ ਕਰਦੇ ਨੇ। ਇਹਦੀ ਇੱਕ ਸਭ ਤੋਂ ਵੱਡੀ ਇੰਡੀਕੇਸ਼ਨ ਬ੍ਰੇਨ ਦੇ ਮਰੀਜ਼ਾਂ ਲਈ ਹੈ ਜਿਨ੍ਹਾਂ ਨੂੰ ਬ੍ਰੇਨ ਟਿਊਮਰ ਹੁੰਦਾ। ਨੋਰਮਲੀ ਇਲਾਜ ਤੋਂ ਬਾਅਦ ਬ੍ਰੇਨ ਟਿਊਮਰਸ ਨੂੰ CT ਸਕੈਨ ਤੇ MRI ਤੇ ਪੜ੍ਹਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਉਹਦੇ ਵਿੱਚ ਕੀ ਹੁੰਦਾ ਹੈ, ਜਿਹੜੀ ਰੇਡੀਏਸ਼ਨ ਹੁੰਦੀ ਹੈ, ਸੇਕੇ ਲੱਗਦੇ ਨੇ, ਉਹਦੇ ਕਰਕੇ ਜਿਹੜਾ ਸਰੀਰ ਦਾ ਉਹ ਬ੍ਰੇਨ ਦਾ ਪਾਰਟ ਹੈ ਉਹ ਡੈੱਡ ਹੋ ਜਾਂਦਾ। ਉਹ ਡੈੱਡ ਪਾਰਟ ਕਹਿਣਾ ਬਹੁਤ ਔਖਾ ਵੀ ਡੈੱਡ ਪਾਰਟ ਦੇ ਵਿੱਚ ਜਿਹੜੀ ਬਿਮਾਰੀ ਬਾਕੀ ਪਈ ਹੈ ਕਿ ਉਹ ਇਕੱਲਾ ਡੈੱਡ ਪਾਰਟ ਹੈ। ਉਹਨੂੰ ਸਾਡੀ ਭਾਸ਼ਾ ਦੇ ਵਿੱਚ ਕਹਿੰਦੇ ਆ ਵੀ ਰੇਡੀਏਸ਼ਨ ਨੈਕਰੋਸਿਸ, ਵੀ ਸੇਕੇ ਕਰਕੇ ਉਹ ਖਤਮ ਹੋ ਚੁੱਕਿਆ ਹੈ ਜਾਂ ਉਹਦੇ ਵਿੱਚ ਬਿਮਾਰੀ ਪਈ ਹੈ। ਉਹਦੇ ਲਈ ਪੈਟ CT ਦਾ ਬਹੁਤ ਜ਼ਿਆਦਾ ਵੱਡਾ ਰੋਲ ਹੈ। ਉਹ ਟ੍ਰੀਟਿੰਗ ਡਾਕਟਰ ਨੂੰ ਦੱਸਣ ਲਈ ਵੀ ਉਹ ਪਾਰਟ ਬਿਲਕੁਲ ਖਤਮ ਹੈ, ਟ੍ਰੀਟਮੈਂਟ ਪੂਰਾ ਹੋ ਚੁੱਕਿਆ ਹੈ ਜਾਂ ਉਹਦੇ ਵਿੱਚ ਹਜੇ ਬਿਮਾਰੀ ਬਾਕੀ ਹੈ ਤੇ ਇਹਨੂੰ ਇਲਾਜ ਦੀ ਫਰਦਰ ਲੋੜ ਹੈ। ਇੱਕ ਹੋਰ ਬਹੁਤ ਵੱਡੀ ਇੰਡੀਕੇਸ਼ਨ ਹੈ ਜਦੋਂ CT ਸਕੈਨ ਕੋਈ ਵੀ ਜਾਂ ਐਕਸ-ਰੇ ਕੋਈ ਵੀ ਡਾਕਟਰ ਆਪਦੇ ਪੇਸ਼ੈਂਟ ਦਾ ਕਰਾਉਂਦਾ ਲੰਗਸ ਦਾ, ਉਹਦੇ ਵਿੱਚ ਇੱਕ ਛੋਟੀ ਜਿਹੀ ਨੋਡਿਊਲ ਪਈ ਹੁੰਦੀ ਹੈ, ਕੋਈ ਗੰਢ ਪਈ ਹੁੰਦੀ ਹੈ ਕੁਛ MM ਦੀ।
ਉਹਨੂੰ ਪਤਾ ਕਰਨਾ ਬਹੁਤ ਔਖਾ ਹੈ। ਨਾ ਤੁਸੀਂ ਉਹਦਾ ਪੀਸ ਲੈ ਸਕਦੇ ਹੈ, ਨਾ ਤੁਸੀਂ ਉਹਨੂੰ ਕਿਸੇ ਹੋਰ ਚੀਜ਼ ਨਾਲ ਇਵੈਲੂਏਟ ਕਰ ਸਕਦੇ ਹੈ। ਉਹਦੇ ਲਈ ਪੈਟ ਦਾ ਬਹੁਤ ਜ਼ਿਆਦਾ ਵੱਡਾ ਰੋਲ ਹੈ। ਪੈਟ ਤੁਹਾਨੂੰ ਦੱਸ ਸਕਦਾ ਹੈ ਇਹ ਜਿਹੜਾ ਗੰਢ ਹੈ ਇਹ ਕੈਂਸਰ ਦੀ ਗੰਢ ਹੈ ਜਾਂ ਵੈਸੇ ਕਿਸੇ ਇਨਫੈਕਸ਼ਨ ਕਰਕੇ ਪਈ ਹੈ ਜਾਂ ਕੋਈ ਟੀਬੀ ਦੀ ਸ਼ਿਕਾਇਤ ਹੋਈ ਹੈ ਉਹਦੇ ਕਰਕੇ ਉਹ ਗੰਢ ਪਈ ਹੈ। ਡਿਫਰੈਂਸ਼ੀਏਟ ਕਰਨਾ ਪੈਟ ਲਈ ਥੋੜ੍ਹਾ ਹੋ ਜਾਂਦਾ ਹੈ। ਫਿਰ ਇੱਕ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬੋਡੀ 'ਚ ਕੈਂਸਰ ਹੈਗਾ ਜੀ, ਉਹਨਾਂ ਦੇ ਸਾਰੇ ਟੈਸਟ ਕਰਵਾ ਲਏ ਨੇ, ਪਰ ਆਪਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਕੈਂਸਰ ਕਿੱਥੋਂ ਆ ਰਿਹਾ, ਉਹ ਕੈਂਸਰ ਦਾ ਓਰੀਜਨ ਕੀ ਹੈ, ਉਹ ਕੈਂਸਰ ਕਿੱਥੋਂ ਸ਼ੁਰੂ ਹੋਇਆ। ਉਹਦੇ ਲਈ 60% to 70% ਪੈਟ ਸੀਟੀ ਪੇਸ਼ੈਂਟਸ ਵੀ ਅਸੀਂ ਡਾਕਟਰ ਨੂੰ, ਟ੍ਰੀਟਿੰਗ ਡਾਕਟਰ ਨੂੰ ਆਨਸਰ ਦੇ ਦਿੰਦੇ ਹਾਂ ਵੀ ਇਹਦਾ ਜਾਂ ਤਾਂ ਆਂਤੜੀ ਦਾ ਟੈਸਟ ਸ਼ੁਰੂ ਹੋਇਆ ਹੈ ਜਾਂ ਪੈਨਕ੍ਰੀਆਸ ਤੋਂ ਸ਼ੁਰੂ ਹੋਇਆ ਹੈ ਜਾਂ ਗਿੱਲੜ ਤੋਂ ਸ਼ੁਰੂ ਹੋਇਆ ਹੈ ਜਾਂ ਲੰਗ ਤੋਂ ਹੋਇਆ ਹੈ ਜਾਂ ਗਲੇ ਦੇ ਕਿਸੇ ਚੀਜ਼ ਤੋਂ ਹੋਇਆ ਹੈ। ਉਹਦੇ ਲਈ ਹਰੇਕ ਪਾਰਟ ਦੀ ਟ੍ਰੀਟਮੈਂਟ ਅਲੱਗ ਹੈ। ਉਹਦੇ ਹਿਸਾਬ ਨਾਲ ਫਿਰ ਡਾਕਟਰ ਆਪਦੀ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਜੋ ਵੀ ਦੇਣਾ ਚਾਹੁੰਦੇ ਨੇ ਟ੍ਰੀਟਿੰਗ ਡਾਕਟਰ ਦਿੰਦੇ ਨੇ, ਅਤੇ ਉਹਦੇ ਠੀਕ ਹੋਣ ਦੇ, ਰਿਸਪੌਂਸ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਇਸ ਤੋਂ ਇਲਾਵਾ ਜੇ ਅਸੀਂ ਕਹੀਏ ਤਾਂ ਥੋੜ੍ਹਾ ਐਡਵਾਂਸ ਦੇ ਵਿੱਚ ਜਦੋਂ ਪੇਸ਼ੈਂਟ ਨੂੰ ਸੇਕੇ ਲੱਗਦੇ ਨੇ, ਸੇਕੇ ਲਾਉਣ ਲਈ ਸਾਡੀ ਮਸ਼ੀਨ ਦੇ ਵਿੱਚ ਇੱਦਾਂ ਦਾ ਪ੍ਰੋਟੋਕੋਲ ਹੈਗਾ, ਅਸੀਂ ਡਾਕਟਰ ਨੂੰ ਦੱਸ ਸਕਦੇ ਹਾਂ ਵੀ ਇਹਦਾ ਜਿਹੜਾ ਆਹ ਟਿਊਮਰ ਹੈਗਾ ਇਹ ਇਸ ਲੈਵਲ ਦਾ ਹੈਗਾ, ਐਡਾ ਵੱਡਾ ਸਾਈਜ਼ ਹੈ। ਬਾਕੀ ਉਹਦੇ ਜੇ ਆਲੇ ਦੁਆਲੇ ਕੋਈ ਮਰਿਆ ਚੀਜ਼ ਖਤਮ ਵੀ ਹੈ ਜਾਂ ਵਾਧੂ ਦੀ ਪਈ ਹੈ ਵੀ ਉਹਨੂੰ ਟਰੀਟ ਕਰਨ ਦੀ ਲੋੜ ਨਹੀਂ, ਇੰਨਾ ਸਾਰਾ ਏਰੀਆ ਸਾਨੂੰ ਟਰੀਟ ਕਰ ਲਓਗੇ ਤਾਂ ਤੁਹਾਡੀ ਬਿਮਾਰੀ ਠੀਕ ਹੋ ਜਾਏਗੀ। ਇਸ ਕਰਕੇ ਉਹਦੇ ਨਾਲ ਵੀ ਤੁਸੀਂ ਪੈਟ ਨਾਲ ਦੱਸ ਸਕਦੇ ਹੋ ਵੀ ਬਿਮਾਰੀ ਇਸ ਏਰੀਏ 'ਚ ਹੈ, ਇੰਨੀ ਕੁ ਹੈ, ਅਤੇ ਇਹਨੂੰ ਇਸ ਹਿਸਾਬ ਨਾਲ ਤੁਸੀਂ ਟਰੀਟ ਕਰ ਸਕਦੇ ਹੋ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਵੀ ਜਿਹੜੀਆਂ ਜਿਹੜਾ ਤੁਹਾਡੇ ਕੋਲ ਇਸ ਬਿਲਡਿੰਗ ਦੇ ਵਿੱਚ ਮਸ਼ੀਨਾਂ ਪੈਟ ਸਕੈਨ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਉਸ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਬਿਮਾਰੀ ਕਿੰਨੀ ਹੈ, ਕਿੰਨਾ ਸਰੀਰ ਨੂੰ ਸਾਈਡ ਇਫੈਕਟ ਹੋਇਆ, ਉਸ ਤੋਂ ਬਾਅਦ ਤੁਹਾਡੇ ਟੈਸਟ ਕੀਤੇ ਜਾਂਦੇ। ਟੈਸਟ ਕਰਨ ਤੋਂ ਬਾਅਦ ਬਿਮਾਰੀ ਦੇ ਜਿਹੜਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ, ਜਿਸ ਤਰ੍ਹਾਂ ਬਿਮਾਰੀ ਠੀਕ ਹੋ ਗਈ ਹੈ, ਠੀਕ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਡਾਕਟਰਾਂ ਨੇ ਕਹਿੰਦਾ ਵੀ ਤੁਹਾਡੀ ਬਿਮਾਰੀ ਠੀਕ ਹੋ ਗਈ ਹੈ, ਉਸ ਟਾਈਮ ਤੋਂ ਬਾਅਦ ਕਿੰਨੇ ਟਾਈਮ ਬਾਅਦ ਜਿਹੜਾ ਹੈਗਾ ਵੀ ਸਕੈਨ ਕਰਵਾਉਣਾ ਚਾਹੀਦਾ? ਨੋਰਮਲੀ ਇੱਕ ਰਿਸਪੌਂਸ ਇਵੈਲੂਏਸ਼ਨ ਸਕੈਨ ਜਿਹੜਾ ਮੈਂ ਤੁਹਾਨੂੰ ਕਿਹਾ ਕੁਝ ਪੇਸ਼ੈਂਟਸ ਦੀ ਲੋੜ ਹੁੰਦੀ ਹੈ, ਕਈਆਂ ਦੀ ਨਹੀਂ ਵੀ ਲੋੜ ਹੁੰਦੀ। ਨੋਰਮਲੀ ਜਿਹੜੇ ਗਲੇ ਵਾਲੇ ਕੈਂਸਰਸ ਹੁੰਦੇ ਆ ਉਹਨਾਂ 'ਚ ਜ਼ਿਆਦਾ ਲੋੜ ਹੁੰਦੀ ਹੈ। ਈਸੋਫੇਗਸ ਦਾ ਜਿਹੜਾ ਕੈਂਸਰ ਹੁੰਦਾ ਖਾਣੇ ਵਾਲੀ ਪਾਈਪ ਦਾ, ਉਹਦੇ ਵਿੱਚ ਜ਼ਿਆਦਾ ਲੋੜ ਹੁੰਦੀ, ਉਹ ਨੋਰਮਲੀ ਡਾਕਟਰਸ ਕਰਵਾਉਂਦੇ ਨੇ। ਹੋ ਜਾਵੇ ਤਾਂ ਬਹੁਤ ਵਧੀਆ, ਨਹੀਂ ਹੁੰਦਾ ਜਾਂ ਬਿਮਾਰੀ ਦੁਬਾਰਾ ਆਉਂਦੀ ਹੈ ਤੇ ਫਿਰ ਸਕੈਨ ਤਾਂ ਦੁਬਾਰਾ ਹੁੰਦਾ ਹੀ ਹੈ, ਬਿਕੋਜ਼ ਹਰ ਪੇਸ਼ੈਂਟ ਅਫੋਰਡਿੰਗ ਨਹੀਂ ਹੁੰਦਾ, ਹਰ ਪੇਸ਼ੈਂਟ ਇੰਨਾ ਪੈਸਾ ਅਫੋਰਡ ਨਹੀਂ ਕਰ ਪਾਉਂਦਾ। ਸਰਕਾਰੀ ਵਿੱਚ ਨੋਰਮਲੀ ਪੇਸ਼ੈਂਟਸ ਜ਼ਿਆਦਾ ਮਾਲੀ ਹਾਲਤ ਵਾਲੇ ਚੰਗੇ ਨਹੀਂ ਹੁੰਦੇ ਹੈਗੇ, ਫਿਰ ਉਹਨਾਂ ਦੇ ਵਿੱਚ ਅਸੀਂ ਕਈ ਵਾਰੀ ਉਨੇ ਕੁ ਪਾਰਟ ਦਾ ਟੈਸਟ ਕਰ ਲੈਂਦੇ। ਨੋਰਮਲੀ ਜਿਹੜਾ ਪੈਟ ਸੀਟੀ ਹੁੰਦਾ ਹੈ ਉਹ ਸਿਰ ਤੋਂ ਲੈ ਕੇ ਮਿਡ ਥਾਈ ਤੱਕ ਜਾਂ ਆਪਾਂ ਕਹਿ ਗੋਡਿਆਂ ਤੋਂ ਉੱਤੇ ਤੱਕ ਕੀਤਾ ਜਾਂਦਾ ਹੈ। ਉਸ ਟੈਸਟ ਦਾ ਰੇਟ ਹੈਗਾ ਸਾਡਾ 11,500 ਰੁਪਏ ਅਪਰੋਕਸੀਮੇਟਲੀ। ਫਿਰ ਅਸੀਂ ਉਨੇ ਕੁ ਪਾਰਟ ਦਾ ਕਰ ਦਿੰਦੇ ਹਾਂ ਜਿੰਨੇ ਕੁ ਸਾਨੂੰ ਲੱਗਦਾ ਵੀ ਇਹਦੇ 'ਚ ਇੱਥੇ ਬਿਮਾਰੀ ਸੀ, ਉਹ 6,500 ਰੁਪਏ ਦਾ ਹੋ ਜਾਂਦਾ। ਐਂਡ ਤੁਸੀਂ ਕਹਿੰਦੇ ਵੀ ਕਿੰਨੀ ਛੇਤੀ ਕਰਾਉਣਾ ਚਾਹੀਦਾ ਹੈ, ਉਹ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ। ਈਅਰਲੀ ਵੀ ਤੁਸੀਂ ਇਹਨੂੰ ਇਵੈਲੂਏਟ ਕਰਵਾ ਸਕਦੇ ਹੋ, ਜਿੱਦਾਂ ਲਿੰਫੋਮਾਸ ਵਗੈਰਾ ਹੁੰਦੇ ਨੇ। ਨੋਰਮਲੀ ਜੇ ਤੁਹਾਡੇ 2 ਸਕੈਨਸ ਨੈਗੇਟਿਵ ਆਉਂਦੇ ਨੇ ਫਿਰ ਤੁਸੀਂ ਵਕਫਾ ਜ਼ਿਆਦਾ ਪਾ ਸਕਦੇ। ਡਾਕਟਰ ਜੇ ਗੱਲ ਕਰੀਏ ਨਿੱਜੀ ਜਿਹੜੇ ਸਕੈਨ ਸੈਂਟਰ ਵੀ ਹੈਗੇ ਜੀ, ਉੱਥੇ ਵੀ ਕੀਤੇ ਜਾਂਦੇ ਆ, ਉਹਨਾਂ ਦਾ ਤੇ ਆਪਣਾ ਮੈਡੀਕਲ ਕਾਲਜ ਦਾ ਕਿੰਨਾ ਕੁ ਡਿਫਰੈਂਸ ਹੈਗਾ ਜੀ? ਪਹਿਲੀ ਗੱਲ ਦਾ ਜੀ ਡਿਫਰੈਂਸ ਜੇ ਆਪਾਂ ਪਹਿਲਾਂ ਗੱਲ ਕਰੀਏ ਤਾਂ ਰੇਟ ਦਾ ਹੀ ਹੈ। ਜਿਵੇਂ ਸਾਡੇ ਇੱਥੇ 11,500 ਰੁਪਏ ਦਾ ਸਕੈਨ ਹੈ, ਅਤੇ ਵੱਧ ਤੋਂ ਵੱਧ ਪੇਸ਼ੈਂਟ ਦੀ 2,000 ਰੁਪਏ ਦੇ ਉੱਪਰ ਜਿਹੜਾ ਕੰਟਰਾਸਟ ਵਗੈਰਾ ਲੱਗਦਾ ਵੱਧ ਤੋਂ ਵੱਧ ਲਗਾ ਕੇ 13,500 ਰੁਪਏ ਦਾ ਸਕੈਨ ਹੁੰਦਾ। ਜਿਹੜੇ ਪ੍ਰਾਈਵੇਟ ਸੈਂਟਰਸ ਨੇ ਉਹ ਡਿਪੈਂਡਿੰਗ ਔਨ ਦਾ ਸੈਂਟਰਸ 20,000 ਤੋਂ ਲੈ ਕੇ 25,000 ਤੱਕ ਇੱਕ ਸਕੈਨ ਦਾ ਰੇਟ ਹੈ ਉਹਨਾਂ ਦਾ, ਮਤਲਬ ਆਲਮੋਸਟ ਡਬਲ ਦਾ ਪ੍ਰਾਈਸ ਹੁੰਦਾ ਹੈ। ਫਿਰ ਦੂਜੀ ਗੱਲ ਅਸੀਂ ਜਿਹੜੀ ਕਿ ਆਮ ਦੇਖਦੇ ਹਾਂ ਪ੍ਰਾਈਵੇਟ ਸੈਂਟਰਸ ਦੇ ਵਿੱਚ ਜਿਹੜਾ ਹੁੰਦਾ ਹੈ ਵੀ ਮੈਡੀਸਨ ਦੀ ਮਾਤਰਾ ਅਤੇ ਸਾਡੀ ਮੈਡੀਸਨ ਦੀ ਮਾਤਰਾ 'ਚ ਬਹੁਤ ਅੰਤਰ ਆਉਂਦਾ ਜਿਹੜੀ ਪੇਸ਼ੈਂਟਸ ਨੂੰ ਲਗਾਈ ਜਾਂਦੀ ਹੈ। ਡਾਕਟਰ ਇੱਕ ਜਿਹੜਾ ਤੁਹਾਡਾ ਸਕੈਨ ਕੀਤੇ ਜਾਂਦਾ, ਸਕੈਨ ਦੀ ਜਿਹੜੀ ਪੇਮੈਂਟ ਹੈਗੀ ਆ, ਕੋਈ ਸਕੀਮਾਂ ਰਹੀ ਜੀ ਛੋਟ ਦਿੱਤੀ ਜਾਂਦੀ? ਇਹ ਸਕੀਮ ਸਿਰਫ ਜੀ ਨਿਊਕਲੀਅਰ ਮੈਡੀਸਨ ਡਿਪਾਰਟਮੈਂਟ ਐਂਡ ਆਈ ਥਿੰਕ ਪਲਾਸਟਿਕ ਸਰਜਰੀ ਡਿਪਾਰਟਮੈਂਟ, ਇੱਕ ਇੱਦਾਂ ਦੇ 2 ਡਿਪਾਰਟਮੈਂਟ ਨੇ, ਨਾਟ ਸ਼ੋਰ ਅਬਾਊਟ ਪਲਾਸਟਿਕ ਸਰਜਰੀ ਐਕਚੁਅਲੀ, ਜਿਹਨੇ ਆਯੁਸ਼ਮਾਨ ਦੇ ਅੰਡਰ ਨਹੀਂ ਆਉਂਦੇ ਹੈਗੇ। ਆਯੁਸ਼ਮਾਨ ਨੇ ਇਹਨਾਂ ਨੂੰ ਆਪਣੇ ਅੰਡਰ ਕਵਰ ਨਹੀਂ ਕੀਤਾ ਹੈਗਾ। ਹਾਂ, ਪਰ ਜੇ ਸਾਡਾ ਡਿਪਾਰਟਮੈਂਟ ਮੁੱਖ ਮੰਤਰੀ ਰਾਹਤ ਕੋਸ਼ ਦੇ ਅੰਡਰ 1.5 ਲੱਖ ਦਾ ਜਿਹੜਾ ਕਾਰਡ ਬਣਦਾ ਉਹਦੇ ਅੰਡਰ ਆਉਂਦਾ, ਉਹਦੇ ਅੰਦਰ ਇਲਾਜ ਫ੍ਰੀ ਕੀਤਾ ਜਾਂਦਾ।